ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਹਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਫੇਅਰਫੈਕਸ ਕਾਉਂਟੀ ਨੇ ਆਈਸ ਦੀਆਂ 615 ਬੇਨਤੀਆਂ ਕੀਤੀਆਂ ਰੱਦ। ਸੁਪਰੀਮ ਕੋਰਟ ਨੇ ਰਾਸ਼ਟਰਪਤੀ ਦੇ ਵਧਾਏ ਅਧਿਕਾਰ। ਅਦਾਲਤ ਦਾ ਟਰੰਪ ਪ੍ਰਸ਼ਾਸਨ ਨੂੰ ਝਟਕਾ, 90 ਦਿਨਾਂ ਤੋਂ ਵੱਧ ਡਿਟੈਂਸ਼ਨਸ ਲਈ ਬੌਂਡ ਸੁਣਵਾਈ ਲਾਜ਼ਮੀ। ਅਮਰੀਕਾ ਨੇ ਮਨਾਇਆ ਆਜ਼ਾਦੀ ਦਾ 250ਵਾਂ ਇਤਿਹਾਸਕ ਜਸ਼ਨ। ਭਿਆਨਕ ਗਰਮੀ ਕਾਰਨ ਵਾਸ਼ਿੰਗਟਨ ਦੀ ਮੁੱਖ ਪਰੇਡ ਹੋਈ ਰੱਦ। ਟਰੰਪ ਵੱਲੋਂ ਡੈਮੋਕ੍ਰੇਟਸ ਨੂੰ ਕਮਿਊਨਿਸਟ ਕਹਿਣ ਤੇ ਵਿਵਾਦ। ਨੈਂਸੀ ਪੈਲੋਸੀ ਦੇ ਪਤੀ ਪਾਲ ਪੈਲੋਸੀ ਹਿੱਟ ਐਂਡ ਰਨ ਮਾਮਲੇ ਵਿੱਚ ਸ਼ੱਕ ਦੇ ਘੇਰੇ ਵਿੱਚ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਵਰਜੀਨੀਆ ਦੀ ਫੇਅਰਫੈਕਸ ਕਾਉਂਟੀ ਬਾਰੇ ਸਾਹਮਣੇ ਆਏ ਰਿਕਾਰਡਾਂ ਦੇ ਮੁਤਾਬਕ ਕਾਉਂਟੀ ਨੇ ਪਿਛਲੇ 16 ਮਹੀਨਿਆਂ ਵਿੱਚ 615 ਲੋਕਾਂ ਨੂੰ ਆਈਸ ਦੇ ਹਵਾਲੇ ਕਰਨ ਤੋਂ ਇਨਕਾਰ ਕੀਤਾ, ਜਦਕਿ ਸਿਰਫ 11 ਲੋਕ ਆਈਸ ਨੂੰ ਸੌਂਪੇ ਗਏ। ਰਿਪੋਰਟ ਦੇ ਮੁਤਾਬਕ 2025 ਵਿੱਚ ਕਾਉਂਟੀ ਦੇ ਸ਼ੈਰਿਫ ਦਫ਼ਤਰ ਨੇ 448 ਬੇਨਤੀਆਂ ਰੱਦ ਕੀਤੀਆਂ ਅਤੇ ਸਿਰਫ 9 ਲੋਕ ਆਈਸ ਨੂੰ ਦਿੱਤੇ। ਜਨਵਰੀ ਤੋਂ ਅਪ੍ਰੈਲ 2026 ਤੱਕ ਹੋਰ 167 ਬੇਨਤੀਆਂ ਰੱਦ ਕੀਤੀਆਂ ਗਈਆਂ ਅਤੇ ਸਿਰਫ 2 ਲੋਕ ਆਈਸ ਦੇ ਹਵਾਲੇ ਕੀਤੇ ਗਏ। ਫੇਅਰਫੈਕਸ ਕਾਉਂਟੀ ਨੇ 2021 ਵਿੱਚ ਇੱਕ ਭਰੋਸਾ ਨੀਤੀ ਲਾਗੂ ਕੀਤੀ ਸੀ। ਇਸ ਨੀਤੀ ਅਧੀਨ ਸਥਾਨਕ ਪੁਲਿਸ ਜਾਂ ਸ਼ੈਰਿਫ ਦਫ਼ਤਰ ਕਿਸੇ ਵਿਅਕਤੀ ਨੂੰ ਤਦੋਂ ਹੀ ਆਈਸ ਲਈ ਰੋਕਦਾ ਹੈ ਜਦੋਂ ਅਦਾਲਤੀ ਹੁਕਮ ਜਾਂ ਜੱਜ ਵੱਲੋਂ ਜਾਰੀ ਵਾਰੰਟ ਹੋਵੇ। ਸਿਰਫ ਆਈਸ ਦੀ ਆਮ ਬੇਨਤੀ ਦੇ ਆਧਾਰ ਤੇ ਕਿਸੇ ਨੂੰ ਜੇਲ੍ਹ ਵਿੱਚ ਵਾਧੂ ਸਮਾਂ ਨਹੀਂ ਰੱਖਿਆ ਜਾਂਦਾ। ਇਸ ਨੀਤੀ ਦੇ ਵਿਰੋਧੀਆਂ ਦਾ ਇਹ ਕਹਿਣਾ ਹੈ ਕਿ ਇਸ ਨਾਲ ਜਨਤਕ ਸੁਰੱਖਿਆ ਨੂੰ ਖਤਰਾ ਪੈਦਾ ਹੁੰਦਾ ਹੈ ਅਤੇ ਕਈ ਗੈਰ ਕਾਨੂੰਨੀ ਇਮੀਗ੍ਰੈਂਟਸ ਕੇਂਦਰੀ ਕਾਨੂੰਨੀ ਕਾਰਵਾਈ ਤੋਂ ਬਚ ਜਾਂਦੇ ਹਨ। ਦੂਜੇ ਪਾਸੇ ਕਾਉਂਟੀ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਉਹ ਕਾਨੂੰਨ ਦੇ ਅਨੁਸਾਰ ਕੰਮ ਕਰ ਰਹੇ ਹਨ ਅਤੇ ਬਿਨਾਂ ਅਦਾਲਤੀ ਹੁਕਮ ਕਿਸੇ ਨੂੰ ਰੋਕ ਨਹੀਂ ਸਕਦੇ। ਇਹ ਮਾਮਲਾ ਹੁਣ ਅਮਰੀਕਾ ਵਿੱਚ ਇਮੀਗ੍ਰੇਸ਼ਨ ਬਹਿਸ ਦਾ ਵੱਡਾ ਹਿੱਸਾ ਬਣ ਗਿਆ ਹੈ। ਟਰੰਪ ਪ੍ਰਸ਼ਾਸਨ ਪਹਿਲਾਂ ਹੀ ਗ੍ਰਿਫਤਾਰੀਆਂ ਅਤੇ ਡੈਪੋਟੇਸ਼ਨ ਵਧਾਉਣ ਦੀ ਗੱਲ ਕਰ ਰਿਹਾ ਹੈ। ਹੁਣ ਸਥਾਨਕ ਕਾਉਂਟੀਆਂ ਅਤੇ ਆਈਸ ਦੇ ਸਹਿਯੋਗ ਦਾ ਮਸਲਾ ਵੀ ਵੱਡੀ ਸਿਆਸੀ ਲੜਾਈ ਬਣਦਾ ਜਾ ਰਿਹਾ ਹੈ। ਅਮਰੀਕੀ ਸੁਪਰੀਮ ਕੋਰਟ ਨੇ 6-3 ਦੇ ਫੈਸਲੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੱਕ ਵਿੱਚ ਵੱਡਾ ਫੈਸਲਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਰਾਸ਼ਟਰਪਤੀ ਸੁਤੰਤਰ ਫੈਡਰਲ ਏਜੰਸੀਆਂ ਦੇ ਕਮਿਸ਼ਨਰਾਂ ਨੂੰ ਹਟਾ ਸਕਦਾ ਹੈ। ਇਹ ਮਾਮਲਾ ਫੈਡਰਲ ਟ੍ਰੇਡ ਕਮਿਸ਼ਨ ਦੀ ਕਮਿਸ਼ਨਰ ਰੇਬੇਕਾ ਸਲਾਟਰ ਨੂੰ ਹਟਾਉਣ ਦੇ ਨਾਲ ਜੁੜਿਆ ਹੋਇਆ ਹੈ। ਪੁਰਾਣੇ ਕਾਨੂੰਨ ਅਨੁਸਾਰ ਕਮਿਸ਼ਨਰ ਨੂੰ ਸਿਰਫ ਅਯੋਗਤਾ, ਡਿਊਟੀ ਦੀ ਅਣਦੇਖੀ ਜਾਂ ਗਲਤ ਵਰਤੋਂ ਦੇ ਆਧਾਰ ਤੇ ਹੀ ਹਟਾਇਆ ਜਾ ਸਕਦਾ ਹੈ, ਪਰ ਟਰੰਪ ਨੇ ਉਹਨਾਂ ਨੂੰ ਇਹ ਕਹਿ ਕੇ ਹਟਾਇਆ ਕਿ ਉਹ ਉਸ ਦੀ ਪ੍ਰਸ਼ਾਸਨਿਕ ਨੀਤੀ ਨਾਲ ਮੇਲ ਨਹੀਂ ਖਾਂਦੀਆਂ। ਸੁਪਰੀਮ ਕੋਰਟ ਦੀ ਬਹੁਮਤ ਰਾਏ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਅਧਿਕਾਰੀ ਰਾਸ਼ਟਰਪਤੀ ਦੀ ਕਾਰਜਕਾਰੀ ਸ਼ਕਤੀ ਵਰਤਦੇ ਹਨ ਉਹ ਰਾਸ਼ਟਰਪਤੀ ਦੇ ਅਧੀਨ ਹੁੰਦੇ ਹਨ, ਇਸ ਲਈ ਰਾਸ਼ਟਰਪਤੀ ਕੋਲ ਉਹਨਾਂ ਨੂੰ ਹਟਾਉਣ ਦਾ ਅਧਿਕਾਰ ਹੈ। ਇਸ ਫੈਸਲੇ ਨਾਲ ਲਗਭਗ 90 ਸਾਲ ਪੁਰਾਣਾ ਕਾਨੂੰਨੀ ਫੈਸਲਾ ਖਤਮ ਹੋ ਗਿਆ, ਜਿਸ ਅਧੀਨ ਸੁਤੰਤਰ ਏਜੰਸੀਆਂ ਦੇ ਕਮਿਸ਼ਨਰਸ ਨੂੰ ਰਾਸ਼ਟਰਪਤੀ ਤੋਂ ਕੁਝ ਸੁਰੱਖਿਆ ਮਿਲੀ ਹੋਈ ਸੀ। 3 ਜੱਜਾਂ ਨੇ ਇਸ ਫੈਸਲੇ ਨਾਲ ਅਸਹਿਮਤੀ ਜਤਾਈ ਹੈ। ਉਹਨਾਂ ਦਾ ਇਹ ਕਹਿਣਾ ਸੀ ਕਿ ਇਸ ਨਾਲ ਕਾਂਗਰਸ ਵੱਲੋਂ ਬਣਾਈ ਸੁਤੰਤਰ ਏਜੰਸੀਆਂ ਕਮਜ਼ੋਰ ਹੋਣਗੀਆਂ ਅਤੇ ਰਾਸ਼ਟਰਪਤੀ ਦੇ ਹੱਥਾਂ ਵਿੱਚ ਵੱਧ ਸ਼ਕਤੀ ਚਲੀ ਜਾਵੇਗੀ। ਹਾਲਾਂਕਿ ਅਦਾਲਤ ਨੇ ਫੈਡਰਲ ਰਿਜ਼ਰਵ ਨੂੰ ਵੱਖਰਾ ਮਾਮਲਾ ਮੰਨਿਆ ਅਤੇ ਰਾਸ਼ਟਰਪਤੀ ਨੂੰ ਫੈਡਰਲ ਰਿਜ਼ਰਵ ਗਵਰਨਰ ਲੀਜ਼ਾ ਕੁਕ ਨੂੰ ਤੁਰੰਤ ਹਟਾਉਣ ਦੇ ਰੋਕ ਦਿੱਤਾ। ਸਿੱਧੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਕਈ ਸੁਤੰਤਰ ਏਜੰਸੀਆਂ ਉੱਤੇ ਰਾਸ਼ਟਰਪਤੀ ਦਾ ਕਾਬੂ ਵੱਧ ਸਕਦਾ ਹੈ, ਪਰ ਫੈਡਰਲ ਰਿਜ਼ਰਵ ਨੂੰ ਅਜੇ ਵੀ ਵੱਖਰੀ ਸੁਰੱਖਿਆ ਮਿਲੀ ਰਹੇਗੀ। ਅਮਰੀਕਾ ਵਿੱਚ ਇਮੀਗ੍ਰੇਸ਼ਨ ਡਿਟੈਂਸ਼ਨ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਨੂੰ ਫੈਡਰਲ ਅਪੀਲ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਨਿਊ ਔਰਲੀਨਜ਼ ਸਥਿਤ 5ਵੀਂ ਸਰਕਟ ਅਪੀਲ ਕੋਰਟ ਨੇ 2-1 ਦੇ ਫੈਸਲੇ ਵਿੱਚ ਇਹ ਕਿਹਾ ਹੈ ਕਿ ਸਰਕਾਰ ਇਮੀਗ੍ਰੈਂਟਸ ਨੂੰ 90 ਦਿਨਾਂ ਤੋਂ ਵੱਧ ਬਿਨਾਂ ਬੌਂਡ ਸੁਣਵਾਈ ਦੇ ਹਿਰਾਸਤ ਵਿੱਚ ਨਹੀਂ ਰੱਖ ਸਕਦੀ। ਇਸ ਫੈਸਲੇ ਦਾ ਅਸਰ ਖਾਸ ਤੌਰ ਤੇ ਟੈਕਸਸ ਅਤੇ ਲੁਈਜ਼ੀਆਨਾ ਵਰਗੇ ਸੂਬਿਆਂ ਵਿੱਚ ਹਿਰਾਸਤ ਵਿੱਚ ਰੱਖੇ ਹਜ਼ਾਰਾਂ ਲੋਕਾਂ ਤੇ ਪੈ ਸਕਦਾ ਹੈ। ਅਦਾਲਤ ਨੇ ਕਿਹਾ ਹੈ ਕਿ ਜੇ ਸਰਕਾਰ ਕਿਸੇ ਵਿਅਕਤੀ ਨੂੰ 90 ਦਿਨਾਂ ਤੋਂ ਵੱਧ ਹਿਰਾਸਤ ਵਿੱਚ ਰੱਖਣਾ ਚਾਹੁੰਦੀ ਹੈ ਤਾਂ ਉਸ ਨੂੰ ਇਮੀਗ੍ਰੇਸ਼ਨ ਜੱਜ ਅੱਗੇ ਬੌਂਡ ਸੁਣਵਾਈ ਦਾ ਮੌਕਾ ਦੇਣਾ ਪਵੇਗਾ। ਇਸ ਸੁਣਵਾਈ ਦੇ ਵਿੱਚ ਸਰਕਾਰ ਨੂੰ ਦੱਸਣਾ ਪਵੇਗਾ ਕਿ ਉਹ ਵਿਅਕਤੀ ਭੱਜਣ ਦਾ ਖਤਰਾ ਹੈ, ਸਮਾਜ ਲਈ ਖਤਰਾ ਹੈ ਜਾਂ ਉਸ ਨੂੰ ਹੋਰ ਕਿਸ ਕਾਰਨ ਹਿਰਾਸਤ ਵਿੱਚ ਰੱਖਣਾ ਜ਼ਰੂਰੀ ਹੈ।
ਇਹ ਮਾਮਲਾ ਟਰੰਪ ਪ੍ਰਸ਼ਾਸਨ ਦੀ ਉਸ ਨੀਤੀ ਨਾਲ ਜੁੜਿਆ ਹੈ ਜਿਸ ਅਧੀਨ ਕਈ ਇਮੀਗ੍ਰੈਂਟਸ ਨੂੰ ਉਹਨਾਂ ਦੇ ਡੈਪੋਰਟੇਸ਼ਨ ਕੇਸ ਚੱਲਣ ਤੱਕ ਲਾਜ਼ਮੀ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਸੀ। ਸਰਕਾਰ ਦਾ ਤਰਕ ਸੀ ਕਿ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਉਹ ਦਾਖਲੇ ਲਈ ਅਰਜ਼ੀਕਰਤਾ ਮੰਨੇ ਜਾਣ ਅਤੇ ਇਸ ਲਈ ਉਹਨਾਂ ਨੂੰ ਬੋਰਡ ਸੁਣਵਾਈ ਦਾ ਹੱਕ ਨਾ ਮਿਲੇ। ਪਰ ਅਦਾਲਤ ਨੇ ਕਿਹਾ ਹੈ ਕਿ ਅਮਰੀਕਾ ਦੇ ਅੰਦਰ ਮੌਜੂਦ ਲੋਕਾਂ ਨੂੰ ਸੰਵਿਧਾਨ ਦੀ 5ਵੀਂ ਸੋਧ ਦੇ ਅਧੀਨ ਡਿਊ ਪ੍ਰੋਸੈਸ ਦਾ ਹੱਕ ਮਿਲਦਾ ਹੈ। ਇਸ ਦਾ ਮਤਲਬ ਹੈ ਕਿ ਸਰਕਾਰ ਕਿਸੇ ਵਿਅਕਤੀ ਦੀ ਆਜ਼ਾਦੀ ਲੰਮੇ ਸਮੇਂ ਲਈ ਖਤਮ ਕਰੇ ਤਾਂ ਉਸ ਨੂੰ ਘੱਟੋ-ਘੱਟ ਸੁਣਵਾਈ ਦਾ ਮੌਕਾ ਦੇਣਾ ਲਾਜ਼ਮੀ ਹੈ। ਇਸ ਫੈਸਲੇ ਵਿੱਚ ਜੱਜ ਲੈਸਲੀ ਸਾਊਥਵਿਕ ਨੇ ਬਹੁਮਤ ਦੀ ਰਾਏ ਲਿਖੀ ਹੈ। ਉਹਨਾਂ ਨੇ ਇਹ ਕਿਹਾ ਕਿ ਬੁਨਿਆਦੀ ਸੰਵਿਧਾਨਕ ਹੱਕ ਅਮਰੀਕਾ ਦੀਆਂ ਹੱਦਾਂ ਅੰਦਰ ਮੌਜੂਦ ਹਰ ਵਿਅਕਤੀ ਤੇ ਲਾਗੂ ਹੁੰਦੇ ਹਨ। ਜੱਜ ਜੇਮਸ ਗ੍ਰੇਵਸ ਨੇ ਵੀ ਫੈਸਲੇ ਨਾਲ ਸਹਿਮਤੀ ਜਤਾਈ ਪਰ ਇਹ ਕਿਹਾ ਕਿ 90 ਦਿਨਾਂ ਦੀ ਮਿਆਦ ਵੀ ਬਹੁਤ ਲੰਮੀ ਹੈ। ਦੂਜੇ ਪਾਸੇ ਜੱਜ ਕੋਰੀ ਵਿਲਸਨ ਨੇ ਅਸਹਿਮਤੀ ਜਤਾਉਂਦੇ ਹੋਏ ਇਹ ਕਿਹਾ ਕਿ ਇਹ ਫੈਸਲਾ ਕਾਂਗਰਸ ਦੇ ਇਮੀਗ੍ਰੇਸ਼ਨ ਉਤੇ ਅਧਿਕਾਰ ਨੂੰ ਕਮਜ਼ੋਰ ਕਰਦਾ ਹੈ। ਇਹ ਫੈਸਲਾ ਉਹਨਾਂ ਲੋਕਾਂ ਲਈ ਮਹੱਤਵਪੂਰਨ ਹੈ ਜੋ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ, ਕੰਮ ਕਰ ਰਹੇ ਹਨ ਅਤੇ ਜਿਨ੍ਹਾਂ ਦੇ ਪਰਿਵਾਰ ਵੀ ਇੱਥੇ ਹਨ ਪਰ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਬਿਨਾਂ ਬੌਂਡ ਸੁਣਵਾਈ ਦੇ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਸੀ। ਟੈਕਸਸ ਟ੍ਰਿਬਿਊਨ ਦੇ ਮੁਤਾਬਕ ਇਸ ਕੇਸ ਵਿੱਚ ਸ਼ਾਮਲ 3 ਵਿਅਕਤੀ ਟੈਕਸਸ ਵਿੱਚ ਟ੍ਰੈਫਿਕ ਸਟਾਪ ਦੌਰਾਨ ਗ੍ਰਿਫਤਾਰ ਕੀਤੇ ਗਏ ਸਨ ਅਤੇ ਉਹ ਘੱਟੋ-ਘੱਟ 14 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਸੰਯੁਕਤ ਰਾਜ ਅਮਰੀਕਾ ਨੇ ਆਪਣੀ ਆਜ਼ਾਦੀ ਦੇ 250ਵੀਂ ਵਰ੍ਹੇਗੰਢ ਮਨਾਈ ਅਤੇ ਦੇਸ਼ ਭਰ ਵਿੱਚ ਸ਼ਾਨਦਾਰ ਜਸ਼ਨ ਮਨਾਏ ਗਏ। ਮੁੱਖ ਸਮਾਗਮ ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਮਾਲ ਵਿੱਚ ਹੋਇਆ ਜਿੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। ਮੀਂਹ ਅਤੇ ਤੂਫਾਨ ਕਾਰਨ ਸਮਾਗਮ 'ਚ ਕੁਝ ਦੇਰੀ ਹੋਈ ਪਰ ਮੌਸਮ ਸਾਫ਼ ਹੋਣ ਤੋਂ ਬਾਅਦ ਸਮਾਰੋਹ ਮੁੜ ਸ਼ੁਰੂ ਹੋ ਗਿਆ। ਆਪਣੇ ਸੰਬੋਧਨ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਮਿਊਨਿਜ਼ਮ ਤੇ ਤਿੱਖਾ ਹਮਲਾ ਕੀਤਾ। ਉਹਨਾਂ ਨੇ ਕਿਹਾ ਅਸੀਂ ਆਪਣੇ ਦੇਸ਼ ਵਿੱਚ ਕਮਿਊਨਿਸਟ ਨਹੀਂ ਚਾਹੁੰਦੇ ਹਾਂ। ਕਮਿਊਨਿਜ਼ਮ ਹਮੇਸ਼ਾ ਹਾਰਿਆ ਹੈ ਅਤੇ ਹਾਰਦਾ ਰਹੇਗਾ। ਇਹ ਅਮਰੀਕੀ ਪ੍ਰਣਾਲੀ ਦੇ ਪੂਰੀ ਤਰ੍ਹਾਂ ਉਲਟ ਹੈ। ਟਰੰਪ ਨੇ ਕਿਹਾ ਕਿ ਅਮਰੀਕੀ ਸੈਨਿਕਾਂ ਨੇ ਦੁਨੀਆ ਭਰ ਵਿੱਚ ਕਮਿਊਨਿਜ਼ਮ ਵਿਰੁੱਧ ਲੜਾਈ ਲੜੀ ਹੈ ਤਾਂ ਜੋ ਇਹ ਵਿਚਾਰਧਾਰਾ ਕਦੇ ਵੀ ਅਮਰੀਕਾ ਵਿੱਚ ਪੈਰ ਨਾ ਜਮਾ ਸਕੇ। ਇਸ ਇਤਿਹਾਸਕ ਮੌਕੇ ਤੇ ਸਭ ਤੋਂ ਵੱਡੀ ਚਰਚਾ ਸਮਾਰੋਹਾਂ ਤੋਂ ਵੱਧ ਭਿਆਨਕ ਗਰਮੀ ਦੇ ਰਹੇ ਪੂਰਬੀ ਤੇ ਮੱਧ ਅਮਰੀਕੀ ਸੂਬਿਆਂ 'ਚ ਰਿਕਾਰਡ ਤਾਪਮਾਨ ਕਾਰਨ ਲਈ ਪ੍ਰੋਗਰਾਮਾਂ 'ਚ ਬਦਲਾਅ ਕਰਨਾ ਪਿਆ ਜਦਕਿ ਕੁਝ ਆਯੋਜਨ ਪੂਰੀ ਤਰ੍ਹਾਂ ਰੱਦ ਕਰ ਦਿੱਤੇ ਗਏ। AP ਨਿਊਜ਼ ਦੇ ਅਨੁਸਾਰ ਰਾਜਧਾਨੀ ਵਾਸ਼ਿੰਗਟਨ 'ਚ ਤਾਪਮਾਨ ਬਹੁਤ ਵੱਧ ਹੋਣ ਕਾਰਨ ਸ਼ੁੱਕਰਵਾਰ ਦੁਪਹਿਰ ਗ੍ਰੇਟ ਅਮਰੀਕਨ ਸਟੇਟ ਫੇਅਰ ਕਈ ਘੰਟਿਆਂ ਲਈ ਬੰਦ ਕਰਨਾ ਪਿਆ। ਇਸੇ ਤਰ੍ਹਾਂ ਸ਼ਨੀਵਾਰ ਨੂੰ ਹੋਣ ਵਾਲੀ ਰਾਸ਼ਟਰੀ ਆਜ਼ਾਦੀ ਦਿਵਸ ਦੀ ਪਰੇਡ ਨੂੰ ਖਤਰਨਾਕ ਗਰਮੀ ਕਾਰਨ ਰੱਦ ਕਰ ਦਿੱਤਾ ਗਿਆ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਕਿ ਪੂਰਬੀ ਤੱਟ ਦੇ ਕਈ ਹਿੱਸਿਆਂ 'ਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਪਹੁੰਚ ਗਿਆ ਜਿਸ ਨਾਲ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਿੱਚ ਮੁਸ਼ਕਿਲ ਹੋਈ। ਇਸ ਦੇ ਬਾਵਜੂਦ ਅਮਰੀਕਾ ਭਰ ਵਿੱਚ ਆਜ਼ਾਦੀ ਦਿਵਸ ਦਾ ਉਤਸ਼ਾਹ ਜਾਰੀ ਰਿਹਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਦੇ ਨੈਸ਼ਨਲ ਮਾਲ 'ਚ ਲੋਕਾਂ ਨੂੰ ਸੰਬੋਧਨ ਕੀਤਾ ਜਦਕਿ ਰਾਤ ਨੂੰ ਦੇਸ਼ ਦੀ ਰਾਜਧਾਨੀ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਆਤਿਸ਼ਬਾਜ਼ੀ ਦਾ ਆਯੋਜਨ ਕੀਤਾ ਗਿਆ। ਵਾਈਟ ਹਾਊਸ ਦੇ ਅਨੁਸਾਰ ਲਗਭਗ 8,05,000 ਆਤਿਸ਼ਬਾਜ਼ੀ ਸਮੱਗਰੀ ਦੇ ਇਸਤੇਮਾਲ ਦੇ ਨਾਲ 40 ਮਿੰਟਾਂ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਟਰੰਪ ਨੇ 11 ਲੋਕਾਂ ਨੂੰ ਰਾਸ਼ਟਰਪਤੀ ਮਾਫੀ ਦਿੱਤੀ। ਇਨ੍ਹਾਂ 'ਚ ਵਾਸ਼ਿੰਗਟਨ ਦੇ ਪ੍ਰਸਿੱਧ ਲੋਬਿਸਟ ਜੈਕ ਅਬਰਾਮੋਫ ਦੇ ਸਾਬਕਾ ਕਾਰੋਬਾਰੀ ਸਾਥੀ ਦੇ ਨਾਲ ਵਾਹਨ ਉਤਸਰਜਨ ਕੰਟਰੋਲ ਪ੍ਰਣਾਲੀ ਨਾਲ ਛੇੜਛਾੜ ਦੇ ਮਾਮਲਿਆਂ 'ਚ ਦੋਸ਼ੀ ਠਹਿਰਾਏ ਗਏ 9 ਲੋਕ ਵੀ ਸ਼ਾਮਲ ਹਨ। ਟਰੰਪ ਨੇ ਟਰੂਥ ਸੋਸ਼ਲ ਦੇ ਬਿਨਾਂ ਨਾਮ ਦਿੱਤੇ ਇਨ੍ਹਾਂ ਮਾਫੀਆਂ ਦੀ ਜਾਣਕਾਰੀ ਦਿੱਤੀ ਹੈ। ਨਿਊਯਾਰਕ ਟਾਈਮਜ਼ ਦੇ ਅਨੁਸਾਰ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਜਸ਼ਨ ਜਾਰੀ ਰਿਹਾ। ਨਿਊਯਾਰਕ ਦੇ ਵਿੱਚ ਅੱਧੀ ਰਾਤ ਨੂੰ ਬਾਲ ਡ੍ਰੌਪ ਦੇ ਨਾਲ ਸਮਾਰੋਹ ਸ਼ੁਰੂ ਹੋਏ। ਸ਼ਿਕਾਗੋ ਦੇ ਨੇਵੀ ਪੀਅਰ ਤੇ ਆਤਿਸ਼ਬਾਜ਼ੀ ਹੋਈ ਅਤੇ ਲਾਸ ਐਂਜਲਸ ਵਿੱਚ ਗਾਇਕਾ ਕਵੀ ਲਤੀਫਾ ਦੀ ਮੇਜ਼ਬਾਨੀ ਵਿੱਚ ਸੰਗੀਤ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸੇ ਤਰ੍ਹਾਂ ਰੋਡ ਆਈਲੈਂਡ ਤੇ ਬ੍ਰਿਸਟਲ ਵਿੱਚ 1785 ਤੋਂ ਚੱਲ ਰਹੀ ਦੇਸ਼ ਦੀ ਸਭ ਤੋਂ ਪੁਰਾਣੀ ਆਜ਼ਾਦੀ ਦਿਵਸ ਦੀ ਵਿਦਾਨ ਨਿਭਾਈ ਗਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਡੈਮੋਕ੍ਰੈਟਿਕ ਪਾਰਟੀ ਨੂੰ ਕਮਿਊਨਿਸਟ ਦੱਸਣ ਵਾਲੇ ਬਿਆਨਾਂ ਤੇ ਹੁਣ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਟਰੰਪ ਨੇ ਹਾਲ ਹੀ ਵਿੱਚ ਕਿਹਾ ਕਿ ਜੇ ਡੈਮੋਕ੍ਰੇਟਸ ਆਉਣ ਵਾਲੀਆਂ ਮਿਡਟਰਮ ਚੋਣਾਂ ਵਿੱਚ ਜਿੱਤਦੇ ਹਨ ਤਾਂ ਕਮਿਊਨਿਜ਼ਮ ਅਮਰੀਕਾ ਲਈ ਵੱਡਾ ਖਤਰਾ ਬਣ ਸਕਦਾ ਹੈ। ਟਰੰਪ ਨੇ ਡੈਮੋਕ੍ਰੇਟਸ ਨੂੰ ਹਾਰਡਕੋਰ ਕਮਿਊਨਿਸਟ ਅਤੇ ਗਾਰਡਲੈਸ ਕਮਿਊਨਿਸਟ ਵੀ ਕਿਹਾ ਹੈ ਪਰ ਰਾਜਨੀਤਿਕ ਮਾਹਰਾਂ ਦਾ ਇਹ ਕਹਿਣਾ ਹੈ ਕਿ ਇਹ ਦਾਅਵੇ ਸਹੀ ਨਹੀਂ ਹਨ। ਪੂਰੀ ਡੈਮੋਕ੍ਰੈਟਿਕ ਪਾਰਟੀ ਨੂੰ ਕਮਿਊਨਿਸਟ ਕਹਿਣਾ ਗਲਤ ਹੈ। ਮਾਹਰਾਂ ਦੇ ਅਨੁਸਾਰ ਡੈਮੋਕ੍ਰੈਟਿਕ ਪਾਰਟੀ ਵਿੱਚ ਕੁਝ ਉਮੀਦਵਾਰ ਸਮਾਜਵਾਦੀ ਵਿਚਾਰਾਂ ਦੇ ਨੇੜੇ ਹੋ ਸਕਦੇ ਹਨ ਪਰ ਉਹ ਕਮਿਊਨਿਸਟ ਨਹੀਂ ਹਨ।
ਉਹ ਲੋਕਤੰਤਰ ਦੇ ਅੰਦਰ ਰਹਿ ਕੇ ਸਿਹਤ ਸੇਵਾ, ਅਮੀਰਾਂ ਤੇ ਵਧੇਰੇ ਟੈਕਸ, ਮਜ਼ਬੂਤ ਸਮਾਜਿਕ ਸੁਰੱਖਿਆ ਅਤੇ ਵੱਡੀਆਂ ਕੰਪਨੀਆਂ ਤੇ ਨਿਯਮਾਂ ਦੀ ਗੱਲ ਕਰਦੇ ਹਨ। ਮਹਾਰਾ ਦਾ ਇਹ ਕਹਿਣਾ ਹੈ ਕਿ ਕਮਿਊਨਿਜ਼ਮ ਵਿੱਚ ਨਿੱਜੀ ਜਾਇਦਾਦ ਖਤਮ ਕਰਨ ਅਤੇ ਅਰਥ ਵਿਵਸਥਾ ਤੇ ਸਰਕਾਰ ਦੇ ਪੂਰੇ ਕਾਬੂ ਵਰਗੇ ਵਿਚਾਰ ਹੁੰਦੇ ਹਨ। ਡੈਮੋਕ੍ਰੈਟਿਕ ਪਾਰਟੀ ਦੇ ਮੁੱਖ ਆਗੂ ਜਾਂ ਖੱਬੇ ਪੱਖ ਦੇ ਕਈ ਉਮੀਦਵਾਰ ਵੀ ਇਹਨਾਂ ਵਿਚਾਰਾਂ ਨੂੰ ਨਹੀਂ ਮੰਨਦੇ। ਕਮਿਊਨਿਸਟ ਪਾਰਟੀ ਅਮਰੀਕਾ ਦੇ ਇੱਕ ਆਗੂ ਨੇ ਵੀ ਇਹ ਕਿਹਾ ਹੈ ਕਿ ਹਾਲੀਆ ਡੈਮੋਕ੍ਰੈਟਿਕ ਉਮੀਦਵਾਰਾਂ ਨੂੰ ਕਮਿਊਨਿਸਟ ਪਾਰਟੀ ਦੇ ਮੈਂਬਰ ਜਾਂ ਉਸ ਦੇ ਵਿਚਾਰਾਂ ਵਾਲਾ ਕਹਿਣਾ ਸਹੀ ਨਹੀਂ ਹੈ। ਟਰੰਪ ਪਹਿਲਾਂ ਵੀ ਆਪਣੇ ਵਿਰੋਧੀਆਂ ਨੂੰ ਕਮਿਊਨਿਸਟ ਜਾਂ ਸਮਾਜਵਾਦੀ ਕਹਿੰਦੇ ਰਹੇ ਹਨ। ਮਹਾਰਾ ਦਾ ਇਹ ਕਹਿਣਾ ਹੈ ਕਿ ਇਹ ਇੱਕ ਰਾਜਨੀਤਿਕ ਰਣਨੀਤੀ ਹੈ ਜਿਸ ਰਾਹੀਂ ਵਿਰੋਧੀ ਪਾਰਟੀ ਨੂੰ ਲੋਕਾਂ ਅੱਗੇ ਖਤਰਾ ਜਾਂ ਖਤਰਨਾਕ ਜਾਂ ਅੱਤਵਾਦੀ ਦਿਖਾਇਆ ਜਾਂਦਾ ਹੈ। ਅਮਰੀਕੀ ਰਾਜਨੀਤੀ ਵਿੱਚ ਵਿਰੋਧੀਆਂ ਨੂੰ ਕਮਿਊਨਿਸਟ ਕਹਿਣ ਦੀ ਪੁਰਾਣੀ ਇਤਿਹਾਸਕ ਪਰੰਪਰਾ ਰਹੀ ਹੈ। 1950 ਦੇ ਦਹਾਕੇ ਵਿੱਚ ਸੈਨੇਟਰ ਜੋਸਫ ਵੱਲੋਂ ਵੀ ਬਿਨਾਂ ਪੱਕੇ ਸਬੂਤਾਂ ਦੇ ਕਈ ਲੋਕਾਂ ਨੂੰ ਕਮਿਊਨਿਸਟ ਹੋਣ ਦੇ ਦੋਸ਼ ਲਗਾਏ ਗਏ ਸਨ। ਸਿੱਧੀ ਗੱਲ ਇਹ ਹੈ ਕਿ ਟਰੰਪ ਡੈਮੋਕ੍ਰੇਟਸ ਨੂੰ ਕਮਿਊਨਿਸਟ ਕਹਿ ਕੇ ਚੋਣੀ ਮਾਹੌਲ ਗਰਮਾ ਰਹੀ ਹੈ, ਪਰ ਮਹਾਰਾ ਦੇ ਅਨੁਸਾਰ ਪੂਰੀ ਡੈਮੋਕ੍ਰੈਟਿਕ ਪਾਰਟੀ ਨੂੰ ਕਮਿਊਨਿਸਟ ਕਹਿਣਾ ਤੱਥਾਂ ਦੇ ਅਨੁਸਾਰ ਗਲਤ ਹੈ। ਸਾਬਕਾ ਅਮਰੀਕੀ ਹਾਊਸ ਸਪੀਕਰ ਨੈਂਸੀ ਪੈਲੋਸੀ ਦੇ ਪਤੀ ਪੌਲ ਪੈਲੋਸੀ ਦੇ ਖਿਲਾਫ ਕੈਲੀਫੋਰਨੀਆ ਦੇ ਨਾਪਾ ਕਾਉਂਟੀ ਵਿੱਚ ਇੱਕ ਮਿਸਡਿਮੀਨਰ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ। ਅਧਿਕਾਰੀਆਂ ਦੇ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਯੋਨਟਵਿਲੇ ਵਿੱਚ ਵਾਪਰੀ ਹੈ। ਦੋਸ਼ ਹੈ ਕਿ 86 ਸਾਲਾਂ ਦੇ ਪੌਲ ਪੈਲੋਸੀ ਦੀ ਕਨਵਰਟੀਬਲ ਕਾਰ ਇੱਕ ਕਾਨੂੰਨੀ ਤੌਰ ਤੇ ਖੜੀ ਗੱਡੀ ਨਾਲ ਟਕਰਾ ਗਈ। ਗਵਾਹਾਂ ਦੇ ਅਨੁਸਾਰ ਉਹ ਕੁਝ ਸਮੇਂ ਲਈ ਰੁਕੇ ਪਰ ਫਿਰ ਉੱਥੋਂ ਚਲੇ ਗਏ। ਬਾਅਦ ਵਿੱਚ ਪੁਲਿਸ ਨੇ ਉਹਨਾਂ ਦੀ ਗੱਡੀ ਕੁਝ ਦੂਰੀ ਤੇ ਨੁਕਸਾਨੀ ਹਾਲਤ ਵਿੱਚ ਲੱਭ ਲਈ। ਜਾਂਚ ਦੌਰਾਨ ਪੌਲ ਪੈਲੋਸੀ ਨੇ ਕਥਿਤ ਤੌਰ ਤੇ ਇਹ ਕਿਹਾ ਕਿ ਉਹਨਾਂ ਨੂੰ ਅਹਿਸਾਸ ਸੀ ਕਿ ਉਹ ਕਿਸੇ ਚੀਜ਼ ਨਾਲ ਟਕਰਾਏ ਹਨ, ਪਰ ਇਹ ਨਹੀਂ ਪਤਾ ਸੀ ਕਿ ਕੀ ਟਕਰਾਇਆ ਹੈ, ਇਸ ਲਈ ਉਹ ਅੱਗੇ ਚੱਲਦੇ ਰਹੇ। ਸ਼ਹਿਰੀ ਦਫ਼ਤਰ ਨੇ ਇਹ ਕਿਹਾ ਕਿ ਸ਼ਰਾਬ ਜਾਂ ਨਸ਼ੇ ਦਾ ਕੋਈ ਸਬੂਤ ਨਹੀਂ ਮਿਲਿਆ। ਬ੍ਰੈਥ ਟੈਸਟ ਵਿੱਚ ਉਹਨਾਂ ਦਾ ਨਤੀਜਾ 0 ਆਇਆ ਹੈ, ਇਸ ਲਈ DUI ਯਾਨੀ ਕਿ ਨਸ਼ੇ ਵਿੱਚ ਡਰਾਈਵਿੰਗ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਕਿਸੇ ਨੂੰ ਸਰੀਰਕ ਸੱਟ ਨਹੀਂ ਲੱਗੀ। ਪੌਲ ਪੈਲੋਸੀ ਨੂੰ ਮੌਕੇ ਤੇ ਗ੍ਰਿਫਤਾਰ ਨਹੀਂ ਕੀਤਾ ਗਿਆ। ਮਾਮਲਾ ਹੁਣ ਨਾਪਾ ਕਾਉਂਟੀ ਡਿਸਟ੍ਰਿਕਟ ਅਟਾਰਨੀ ਆਫਿਸ ਨੂੰ ਭੇਜਿਆ ਗਿਆ ਹੈ ਜੋ ਇਹ ਫੈਸਲਾ ਕਰੇਗਾ ਕਿ ਅਧਿਕਾਰਕ ਦੋਸ਼ ਲਗਾਏ ਜਾਣ ਜਾਂ ਨਹੀਂ। ਨਾਲ ਹੀ ਉਹਨਾਂ ਦੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਡਰਾਈਵਿੰਗ ਯੋਗਤਾ ਦੀ ਸਮੀਖਿਆ ਲਈ ਮਾਮਲਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਨੂੰ ਭੇਜਿਆ ਗਿਆ ਹੈ। ਸੰਘੀ ਸਿਹਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਸੈਨ ਫਰਾਂਸਿਸਕੋ ਪਹੁੰਚੇ ਇੱਕ ਕਰੂਜ਼ ਤੇ ਯਾਤਰਾ ਦੌਰਾਨ 120 ਤੋਂ ਵੱਧ ਯਾਤਰੀ ਤੇ ਕਰੂ ਮੈਂਬਰ ਪੇਟ ਸੰਬੰਧੀ ਵਾਇਰਸ ਨਾਲ ਪੀੜਿਤ ਮਿਲੇ ਹਨ। US ਸੈਂਟਰਸ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਰੂਬੀ ਪ੍ਰਿੰਸੈਸ ਕਰੂਜ਼ ਸੈਨ ਫਰਾਂਸਿਸਕੋ ਤੋਂ ਕੈਨੇਡਾ ਤੇ ਅਲਾਸਕਾ ਦੀ 20 ਦਿਨਾਂ ਦੀ ਰਾਉਂਡ ਟ੍ਰਿਪ ਤੇ ਸੀ ਜਦੋਂ 102 ਯਾਤਰੀ ਤੇ 23 ਕਰੂ ਮੈਂਬਰਸ ਨੋਰੋ ਵਾਇਰਸ ਦੀ ਲਪੇਟ 'ਚ ਆ ਗਏ ਹਨ। ਨੋਰੋ ਵਾਇਰਸ ਇੱਕ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ ਜੋ ਅਕਸਰ ਖਾਣੇ ਜਾਂ ਸਤਹ ਰਾਹੀਂ ਤੇ ਖਾਸ ਕਰਕੇ ਭੀੜ-ਭਾੜ ਵਾਲੇ ਸਥਾਨਾਂ ਤੇ ਫੈਲਦਾ ਹੈ। ਪਹਿਲਾਂ ਤੋਂ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ, ਛੋਟੇ ਬੱਚਿਆਂ ਤੇ 65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਇਹ ਬਹੁਤ ਹੀ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਦੇ ਲੱਛਣਾਂ 'ਚ ਅਚਾਨਕ ਉਲਟੀ, ਦਸਤ ਤੇ ਪੇਟ ਦਰਦ ਸ਼ਾਮਲ ਹਨ ਜੋ 3 ਦਿਨਾਂ ਤੱਕ ਰਹਿ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 12 ਜੂਨ ਨੂੰ ਰਵਾਨਾ ਹੋਏ ਰੂਬੀ ਪ੍ਰਿੰਸੈਸ ਤੇ ਫੈਲੇ ਇਸ ਵਾਇਰਸ ਦੀ ਜਾਣਕਾਰੀ ਸ਼ਨੀਵਾਰ ਨੂੰ ਰੋਗ ਕੰਟਰੋਲ ਕੇਂਦਰ ਨੂੰ ਦਿੱਤੀ ਗਈ। ਇਸ ਕਰੂਜ਼ ਤੇ 3032 ਯਾਤਰੀ ਤੇ 1144 ਕਰੂ ਮੈਂਬਰ ਸਵਾਰ ਸਨ। ਦੱਖਣੀ ਵਿਸਕਾਂਸਿਨ ਵਿੱਚ ਇੱਕ ਭਿਆਨਕ ਤੂਫਾਨ ਦੌਰਾਨ ਜਨੇਵਾ ਝੀਲ ਤੇ ਇੱਕ ਕਿਸ਼ਤੀ ਜਿਹੜੀ ਹੈ ਪਲਟਣ ਤੋਂ ਬਾਅਦ ਸ਼ੁੱਕਰਵਾਰ ਨੂੰ 3 ਲੋਕਾਂ ਦੀ ਉੱਥੇ ਮੌਤ ਹੋ ਗਈ ਹੈ ਤੇ 7 ਹੋਰਾਂ ਨੂੰ ਬਚਾਇਆ ਗਿਆ। ਇੱਕ ਅਧਿਕਾਰੀ ਨੇ ਇਸ ਬਾਰੇ ਦੱਸਿਆ। ਵਾਲਵਰਥ ਕਾਉਂਟੀ ਸ਼ਹਿਰੀ ਵਿਭਾਗ ਦੇ ਡਿਪਟੀ ਸ਼ੈਰਿਫ ਟੌਮ ਹਾਊਸਨਰ ਨੇ ਕਿਹਾ ਹੈ ਕਿ ਕਾਉਂਟੀ ਵਿੱਚ ਤੂਫਾਨ ਦੇ ਨਤੀਜੇ ਵਜੋਂ ਦਰਖਤ ਡਿੱਗ ਗਏ, ਬਿਜਲੀ ਦੀਆਂ ਲਾਈਨਾਂ ਡਿੱਗ ਗਈਆਂ, ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਜ਼ਖਮੀ ਹੋਏ। ਹਾਊਸਨਰ ਨੇ ਕਿਹਾ ਹੈ ਕਿ ਉਹਨਾਂ ਕੋਲ ਮਾਰੇ ਗਏ ਜਾਂ ਬਚਾਏ ਗਏ ਲੋਕਾਂ ਦੀ ਗਿਣਤੀ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਲੇਕ ਜਨੇਵਾ ਪੁਲਿਸ ਜਾਂਚ ਕਰ ਰਹੀ ਹੈ। ਲੇਕ ਜਨੇਵਾ ਦੇ ਮੇਅਰ ਟੋਡ ਕ੍ਰੋਸ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਉਹਨਾਂ ਨੇ ਇੱਕ ਬਿਆਨ ਵਿੱਚ ਇਹ ਕਿਹਾ ਕਿ ਇੱਕ ਵਿਅਕਤੀ ਦਰਖਤ ਡਿੱਗਣ ਨਾਲ ਥੋੜਾ ਜ਼ਖਮੀ ਹੋਇਆ ਹੈ। ਸ਼ਹਿਰ ਦੇ ਕਈ ਖੇਤਰਾਂ ਵਿੱਚ ਬਿਜਲੀ ਬੰਦ ਹੋ ਗਈ ਹੈ। ਦੱਖਣੀ ਵਿਸਕਾਂਸਿਨ ਵਿੱਚ ਸਥਿਤ ਲੇਕ ਜਨੇਵਾ ਸ਼ਿਕਾਗੋ ਖੇਤਰ ਅਤੇ ਹੋਰ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਅਧਿਕਾਰੀ ਨੇ ਕਿਹਾ ਹੈ ਕਿ ਤੂਫਾਨ ਕਾਰਨ ਝੀਲ ਵਿੱਚ ਇੱਕ ਕਿਸ਼ਤੀ ਪਲਟਣ ਤੋਂ ਬਾਅਦ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 7 ਨੂੰ ਬਚਾਇਆ ਗਿਆ ਹੈ। ਬਰੈਂਪਟਨ 'ਚ ਫਿਰੌਤੀ ਲਈ 2 ਵਾਰ ਗੋਲੀਬਾਰੀ ਕਰਨ ਅਤੇ ਇੱਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 22 ਸਾਲਾਂ ਦੇ ਪੰਜਾਬੀ ਨੌਜਵਾਨ ਸਫਲਦੀਪ ਸਿੰਘ ਨੂੰ ਅਦਾਲਤ ਵੱਲੋਂ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀਲ ਪੁਲਿਸ ਦੇ ਉਪ ਮੁਖੀ ਨਿਕ ਮਿਲੀਨੋਵਿਚ ਨੇ ਦੱਸਿਆ ਕਿ ਮੁਲਜ਼ਮ 21 ਅਪ੍ਰੈਲ ਅਤੇ 6 ਮਈ ਨੂੰ ਬਰੈਂਪਟਨ ਦੇ ਕਾਰੋਬਾਰੀਆਂ ਨੂੰ ਫਿਰੌਤੀ ਵਾਸਤੇ ਡਰਾਉਣ ਦੇ ਲਈ ਗੋਲੀਬਾਰੀ ਕਰਕੇ ਫਰਾਰ ਹੋ ਗਿਆ ਸੀ। 6 ਮਈ ਵਾਲੀ ਗੋਲੀਬਾਰੀ ਮੌਕੇ ਇੱਕ ਰਿਹਾਇਸ਼ ਤੇ ਗੋਲੀਬਾਰੀ ਕਰਦਿਆਂ ਉਸਨੇ ਮਾਲਕ ਨੂੰ ਮਾਰਨ ਦਾ ਯਤਨ ਕੀਤਾ, ਪਰ ਚੌਕਸੀ ਕਾਰਨ ਉਸ ਦੀ ਜਾਨ ਬਚ ਗਈ। 23 ਜੂਨ ਨੂੰ ਐਡਮਿੰਟਨ ਪੁਲਿਸ ਵੱਲੋਂ ਲਾਏ ਟ੍ਰੈਫਿਕ ਨਾਕੇ ਮੌਕੇ ਉਸ ਦੀ ਕਾਰ ਦੀ ਤਲਾਸ਼ੀ ਹੋਈ ਤਾਂ ਉਸ ਤੋਂ ਭਰੀ ਹੋਈ ਬੰਦੂਕ ਅਤੇ ਡਰੱਗ ਮਿਲੀ, ਜਿੱਥੋਂ ਉਸ ਦੇ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ ਪੀਲ ਪੁਲਿਸ ਬਰੈਂਪਟਨ ਲੈ ਆਈ। ਉਸਨੇ ਮੰਨਿਆ ਕਿ ਉਹ ਫਾਰ ਬ੍ਰਦਰਸ ਗਿਰੋਹ ਦਾ ਮੈਂਬਰ ਹੈ ਅਤੇ ਉਹਨਾਂ ਦੇ ਨਿਰਦੇਸ਼ਾਂ ਤੇ ਕੰਮ ਕਰਦਾ ਸੀ। ईरान ਦੇ ਮਰਹੂਮ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੀ ਦੀ ਅੰਤਿਮ ਯਾਤਰਾ ਦੌਰਾਨ ਰਾਜਧਾਨੀ ਤਹਿਰਾਨ ਵਿੱਚ ਇੱਕ ਨਵਾਂ ਵਿਵਾਦ ਖੜਾ ਹੋ ਗਿਆ। ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਦੇ ਸਾਹਮਣੇ ਇੱਕ ਪ੍ਰਦਰਸ਼ਨਕਾਰੀ ਕਵੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜਾਨੋਂ ਮਾਰਨ ਦੀ ਅਪੀਲ ਕੀਤੀ। ਇਸ ਦੌਰਾਨ ਭੜਕੇ ਹੋਏ ਲੋਕਾਂ ਨੇ ਅਮਰੀਕਾ ਮੁਰਦਾਬਾਦ ਅਤੇ ਇਜ਼ਰਾਈਲ ਮੁਰਦਾਬਾਦ ਦੇ ਜ਼ੋਰਦਾਰ ਨਾਅਰੇ ਲਗਾਏ। अंतिम संस्कार दौरान मंच तो संबोधन करदियां कवि मोहम्मद रसूली ने अमरीकी राष्ट्रपति ट्रंप वाल इशारा करदियां भीड़ नूं पुछया, दुनिया का सब तो भ्रष्ट ते घिनौना आदमी अजे तक जिंदा क्यों है। रसूली दी इस भड़काउण टिप्पणी दा उत्थे मौजूद लखां लोकां ने नारेबाजी करके जोरदार समर्थन किया। ऐतवार नूं होई इस अंतिम यात्रा विच पिछले दिनां दे मुकाबले किते ਵੱਡਾ ਇਕੱਠ ਦੇਖਣ ਨੂੰ ਮਿਲਿਆ। ਸੋ ਕਾਲੇ ਕੱਪੜਿਆਂ ਵਿੱਚ ਮਲਬੂਸ ਲੱਖਾਂ ਸੋਗਵਾਰ ਹੱਥਾਂ ਦੇ ਵਿੱਚ ਬੈਨਰ ਅਤੇ ਝੰਡੇ ਲੈ ਕੇ ਪੈਦਲ ਹੀ ਸਮਾਗਮ ਵਾਲੀ ਥਾਂ ਵੱਲ ਵਧ ਰਹੇ ਸਨ। ਇਹਨਾਂ ਬੈਨਰਾਂ ਤੇ ਖਾਮਨੇਈ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਟਰੰਪ ਨੂੰ ਮਾਰਨ ਦੇ ਨਾਅਰੇ ਲਿਖੇ ਹੋਏ ਸਨ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਰਾਸ਼ਟਰਪਤੀ ਟਰੰਪ ਵਾਸ਼ਿੰਗਟਨ ਵਿੱਚ ਅਮਰੀਕਾ ਦੀ ਸਥਾਪਨਾ ਦੀ 250ਵੀਂ ਵਰ੍ਹੇਗੰਢ ਮੌਕੇ ਭਾਸ਼ਣ ਦੇ ਰਹੇ ਸਨ। ਜ਼ਿਕਰਯੋਗ ਹੈ ਕਿ ਈਰਾਨ ਤੇ ਦਹਾਕਿਆਂ ਤੱਕ ਰਾਜ ਕਰਨ ਵਾਲੇ 86 ਸਾਲਾਂ ਦੇ ਆਇਤੁੱਲਾ ਅਲੀ ਖਾਮੇਨੀ ਲੰਗੀ 28 ਫਰਵਰੀ ਨੂੰ ਈਰਾਨ ਜੰਗ ਦੇ ਸ਼ੁਰੂਆਤੀ ਦੌਰ ਵਿੱਚ ਹੋਏ ਇੱਕ ਹਵਾਈ ਹਮਲੇ ਦੌਰਾਨ ਮਾਰੇ ਗਏ ਸਨ। ਜੰਗ ਦੇ ਚੱਲਦਿਆਂ ਉਹਨਾਂ ਦਾ ਅੰਤਿਮ ਸੰਸਕਾਰ ਕਾਫੀ ਦੇਰ ਨਾਲ ਕੀਤਾ ਗਿਆ ਹੈ। ਮਾਹਰਾਂ ਦੇ ਮੁਤਾਬਕ ਇਸ ਵੱਡੇ ਇਕੱਠ ਰਾਹੀਂ ਈਰਾਨ ਦੀ ਧਾਰਮਿਕ ਲੀਡਰਸ਼ਿਪ ਅਤੇ ਦੇਸ਼ ਦੇ ਨਵੇਂ ਬਣੇ ਸੁਪਰੀਮ ਲੀਡਰ ਖਾਮੇਨੀ ਦੇ ਪੁੱਤਰ ਆਇਤੁੱਲਾ ਮੁਜਤਬਾ ਖਾਮੇਨੀ ਨੂੰ ਆਪਣੀ ਸਿਆਸੀ ਤੇ ਧਾਰਮਿਕ ਪਕੜ ਮਜ਼ਬੂਤ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਹ ਘਟਨਾਕ੍ਰਮ ਅਜਿਹੇ ਨਾਜ਼ੁਕ ਮੋੜ ਤੇ ਸਾਹਮਣੇ ਆਇਆ ਹੈ ਜਦੋਂ ਈਰਾਨ ਜੰਗ ਨੂੰ ਸਥਾਈ ਤੌਰ ਤੇ ਖਤਮ ਕਰਨ ਲਈ ਅਮਰੀਕਾ ਨਾਲ ਗੱਲਬਾਤ ਦੀ ਮੇਜ਼ ਤੇ ਹੈ ਅਤੇ ਹਾਰਮੂਜ਼ ਜਲਜਮਰੂ ਤੇ ਆਪਣੇ ਕੰਟਰੋਲ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ ਦੇਸ਼ ਵਿੱਚ ਇਹ ਡਰ ਵੀ ਲਗਾਤਾਰ ਬਣਿਆ ਹੋਇਆ ਹੈ ਕਿ ਇਜ਼ਰਾਈਲ ਦੁਬਾਰਾ ਹਮਲਾ ਕਰ ਸਕਦਾ ਹੈ। ਫਿਲਹਾਲ ਜੰਗ ਦੇ ਪੂਰੀ ਤਰ੍ਹਾਂ ਖਤਮ ਹੋਣ ਤੱਕ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਵਾਰਤਾ ਰੁਕੀ ਹੋਈ ਹੈ। ਆਜ਼ਾਦੀ ਦੀ ਆਪਣੀ 250ਵੀਂ ਵਰ੍ਹੇਗੰਢ ਦੇ ਇਤਿਹਾਸਕ ਮੌਕੇ ਨੂੰ ਮਨਾਉਣ ਦੇ ਲਈ ਸੰਯੁਕਤ ਰਾਜ ਅਮਰੀਕਾ ਨੇ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਵਿਲੱਖਣ ਤੋਹਫਾ ਜ਼ਮੀਨਦੋਜ਼ ਦਫਨਾ ਦਿੱਤਾ ਹੈ। ਫਿਲਾਡੈਲਫੀਆ ਦੇ ਇੰਡੀਪੈਂਡੈਂਸ ਨੈਸ਼ਨਲ ਹਿਸਟੋਰੀਕਲ ਪਾਰਕ ਵਿੱਚ 408 ਕਿਲੋਗ੍ਰਾਮ ਭਾਰ ਵਾਲਾ ਇੱਕ ਉੱਚ ਤਕਨੀਕੀ ਟਾਈਮ ਕੈਪਸੂਲ ਦਫਨਾ ਦਿੱਤਾ ਗਿਆ। ਇਹ ਹੁਣ ਤੋਂ ਠੀਕ 250 ਸਾਲ ਬਾਅਦ ਸਾਲ 2276 ਵਿੱਚ ਖੋਲਿਆ ਜਾਣਾ ਤੈਅ ਹੈ। ਸੋ ਇਹ ਸਿਲੰਡਰ ਕੈਪਸੂਲ ਅਮਰੀਕੀ ਮਾਨਸਿਕਤਾ, ਸੱਭਿਆਚਾਰ ਅਤੇ ਟੈਕਨੋਲੋਜੀ ਨੂੰ ਸਮੇਟਦਾ ਹੈ। ਵਿਗਿਆਨੀਆਂ ਨੇ ਇਸ ਦੀ ਸੰਭਾਲ ਨੂੰ ਯਕੀਨੀ ਬਣਾਉਣ ਦੇ ਲਈ ਅਤੀ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕੀਤੀ ਹੈ, ਜਿਸ ਨਾਲ ਇਸ ਨੂੰ ਅਗਲੀਆਂ 2.5 ਸਦੀਆਂ ਲਈ ਪਾਣੀ, ਜੰਗਾਲ ਜਾਂ ਮੌਸਮ ਦੀਆਂ ਸਥਿਤੀਆਂ ਤੋਂ ਅਭੇਦ ਬਣਾਇਆ ਗਿਆ ਹੈ। ਕੈਪਸੂਲ ਸੰਬੰਧੀ ਵੇਰਵੇ ਨੈਸ਼ਨਲ ਪਾਰਕ ਸਰਵਿਸ ਦੇ ਅਧਿਕਾਰਤ ਪੂਰਾ ਲੇਖਾ ਵਿੱਚ ਦਰਜ ਕੀਤੇ ਗਏ ਹਨ। ਇਹ ਯਕੀਨੀ ਬਣਾਉਂਦੇ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਹੁਣ ਤੋਂ 250 ਸਾਲ ਬਾਅਦ ਇਸ ਨੂੰ ਆਸਾਨੀ ਨਾਲ ਲੱਭ ਸਕਣ ਅਤੇ ਅਧਿਐਨ ਕਰ ਸਕਣ। ਸੋ 408 ਕਿਲੋਗ੍ਰਾਮ ਕੈਪਸੂਲ ਵਿੱਚ 50 ਰਾਜਾਂ ਅਤੇ ਆਮ ਜਨਤਾ ਦੁਆਰਾ ਚੁਣੀਆਂ ਗਈਆਂ ਯਾਦਗਾਰੀ ਚੀਜ਼ਾਂ ਹਨ। ਇਸ ਦੀ ਸਮੱਗਰੀ ਵਿੱਚ ਇੱਕ ਵੇਲ ਦੀ ਹੱਡੀ, ਦੁਨੀਆ ਦੇ ਸਭ ਤੋਂ ਵੱਡੇ ਜਿਪਸਮ ਮਾਰੂਥਲ ਤੋਂ ਰੇਤ, ਰਾਈਟ ਭਰਾਵਾਂ ਦੇ ਜਹਾਜ਼ ਤੋਂ ਕੱਪੜਾ, AI ਭਵਿੱਖਬਾਣੀਆਂ ਅਤੇ ਕਈ ਇਤਿਹਾਸਕ ਦਸਤਾਵੇਜ਼ ਸ਼ਾਮਲ ਹਨ। ਟਾਈਮ ਕੈਪਸੂਲ ਇੱਕ ਸੀਲਬੰਦ ਡੱਬਾ ਜਾਂ ਕੰਟੇਨਰ ਹੁੰਦਾ ਹੈ ਜੋ ਇੱਕ ਖਾਸ ਯੁੱਗ ਦੀਆਂ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਵਰਤਿਆ ਜਾਂਦਾ ਹੈ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦਾ ਅਧਿਐਨ ਕਰ ਸਕਦੀਆਂ ਹਨ ਅਤੇ ਉਸ ਸਮੇਂ ਦੇ ਸਮਾਜ, ਟੈਕਨੋਲੋਜੀ, ਸੱਭਿਆਚਾਰ ਅਤੇ ਜੀਵਨ ਢੰਗ ਬਾਰੇ ਸਮਝ ਪ੍ਰਾਪਤ ਕਰ ਸਕਦੀਆਂ ਹਨ। 250 ਸਾਲਾਂ ਲਈ ਇਸ ਦੀ ਸੰਭਾਲ ਨੂੰ ਯਕੀਨੀ ਬਣਾਉਣਾ ਇਸ ਦੀ ਅਸਲ ਉਸਾਰੀ ਨਾਲੋਂ ਵੱਡੀ ਚੁਣੌਤੀ ਸੀ। ਬਹੁਤ ਸਾਰੇ ਮਾਹਰ ਇਹ ਨਿਰਧਾਰਤ ਕਰਨ ਵਿੱਚ ਸ਼ਾਮਲ ਸਨ ਕਿ ਇਸ ਨੂੰ ਇੰਨੇ ਲੰਬੇ ਸਮੇਂ ਲਈ ਭੂਮੀਗਤ ਕਿਵੇਂ ਸੁਰੱਖਿਅਤ ਰੱਖਣਾ ਹੈ। ਸੋ ਸਾਲਾਂ ਦੀ ਖੋਜ ਤੋਂ ਬਾਅਦ ਇੱਕ ਡਿਜ਼ਾਈਨ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ ਜੋ ਕੈਪਸੂਲ ਨੂੰ ਪਾਣੀ, ਨਮੀ, ਜੰਗਾਲ ਅਤੇ ਤੱਤਾਂ ਤੋਂ ਬਚਾ ਸਕਦਾ ਸੀ। ਇਸ ਨੂੰ ਵਰਗਾਕਾਰ ਕਿਉਂ ਨਹੀਂ ਬਣਾਇਆ ਗਿਆ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ।
ਕੈਨੇਡਾ ਦੇ ਵਿੱਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ, ਜਦਕਿ 11 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਬਰੈਂਪਟਨ ਵਿਖੇ ਵਾਪਰੇ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨ ਦੀ ਸ਼ਨਾਖਤ ਯਸ਼ ਚੌਹਾਨ ਵਜੋਂ ਕੀਤੀ ਗਈ ਹੈ ਅਤੇ ਪੀਲ ਰੀਜਨਲ ਪੁਲਿਸ ਦਾ ਮੇਜਰ ਕੋਲੀਜ਼ਨ ਬਿਊਰੋ ਹਾਦਸੇ ਦੇ ਕਾਰਨਾਂ ਦੀ ਪੜਤਾਲ ਕਰ ਰਹੇ ਹਨ। ਯਸ਼ ਚੌਹਾਨ ਦੇ ਦੋਸਤ ਜਸਮੀਤ ਸਿੰਘ ਨੇ ਦੱਸਿਆ ਕਿ ਮਕਵੀਨ ਡਰਾਈਵ ਅਤੇ ਕੰਟਰੀ ਸਾਈਡ ਡਰਾਈਵ ਇਲਾਕੇ ਵਿੱਚ ਦੋ ਗੱਡੀਆਂ ਦੀ ਟੱਕਰ ਦੌਰਾਨ ਯਸ਼ ਚੌਹਾਨ ਦਮ ਤੋੜ ਗਿਆ, ਜੋ ਕੰਮ ਤੋਂ ਘਰ ਪਰਤ ਰਿਹਾ ਸੀ। ਯਸ਼ ਚੌਹਾਨ ਦੇ ਇੰਡੀਆ ਭੇਜਣ ਲਈ ਗੋਫੰਡਮੀ ਪੇਜ ਸਥਾਪਿਤ ਕੀਤਾ ਗਿਆ। ਦੂਜੇ ਪਾਸੇ ਵੌਨ ਵਿਖੇ 9 ਗੱਡੀਆਂ ਆਪਸ ਵਿੱਚ ਭਿੜ ਗਈਆਂ ਅਤੇ ਘੱਟੋ-ਘੱਟ 6 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਮੇਜਰ ਮੈਕਿੰਜੀ ਡਰਾਈਵ ਅਤੇ ਵੈਲਨੈਸ ਵੇ ਤੇ ਇੰਟਰਸੈਕਸ਼ਨ ਤੇ ਵਾਪਰੇ ਹਾਦਸੇ ਮਗਰੋਂ 74 ਸਾਲ ਦੇ ਬਜ਼ੁਰਗ ਨੂੰ ਗ੍ਰਿਫਤਾਰ ਕਰਦਿਆਂ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ईरान ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੀ ਦੇ ਅੰਤਿਮ ਸੰਸਕਾਰ ਦਾ ਪ੍ਰੋਗਰਾਮ ਚੱਲ ਰਿਹਾ ਹੈ। ਇਸ ਦੌਰਾਨ ਅਮਰੀਕੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਮੌਕੇ ਤੇ ਮਾਊਂਟ ਰਸ਼ਮੋਰ ਵਿਖੇ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਤੇ ਤਿੱਖਾ ਹਮਲਾ ਬੋਲਿਆ ਹੈ। ਟਰੰਪ ਨੇ ਇਹ ਕਿਹਾ ਹੈ ਕਿ ਅਮਰੀਕਾ ਨੇ ਈਰਾਨ ਨੂੰ ਬੁਰੀ ਤਰ੍ਹਾਂ ਹਰਾਇਆ ਹੈ ਅਤੇ ਇਹ ਦੇਸ਼ ਜੋ ਹੈ ਸਮਝੌਤੇ ਲਈ ਬੇਤਾਬ ਹੈ। ਅਸੀਂ ਉਸ ਨੂੰ ਅੰਤਿਮ ਸੰਸਕਾਰ ਲਈ ਇੱਕ ਹਫ਼ਤੇ ਦੀ ਛੁੱਟੀ ਦਿੱਤੀ ਹੈ ਕਿਉਂਕਿ ਅਸੀਂ ਚੰਗੇ ਹਾਂ। ਟਰੰਪ ਦਾ ਇਹ ਬਿਆਨ ਤਹਿਰਾਨ ਦੇ ਗ੍ਰੈਂਡ ਮਸਾਲਾ 'ਚ ਖਾਮੇਨੀ ਦੇ ਅੰਤਿਮ ਸੰਸਕਾਰ ਦੀ ਰਸਮ ਸ਼ੁਰੂ ਹੋਣ ਤੋਂ ਬਾਅਦ ਆਇਆ ਹੈ। ਸ਼ਨੀਵਾਰ ਦੀ ਸਵੇਰ ਨੂੰ ਕਾਲੇ ਕੱਪੜੇ ਪਹਿਨੇ ਸੋਗ ਕਰਨ ਵਾਲੇ ਗ੍ਰੈਂਡ ਮਸਾਲਾ ਪਹੁੰਚਣ ਲਈ ਖਾਲੀ ਤਹਿਰਾਨ ਦੀਆਂ ਗਲੀਆਂ ਵਿੱਚੋਂ ਲੰਘੇ। ਈਰਾਨ ਦੇ ਸਾਬਕਾ ਸੁਪਰੀਮ ਲੀਡਰ ਖਾਮੇਨੀ ਦੇ ਅੰਤਿਮ ਸੰਸਕਾਰ 'ਚ ਭਾਰਤ ਸਮੇਤ ਦੁਨੀਆ ਭਰ ਦੇ ਲੋਕ ਸ਼ਾਮਲ ਹੋਏ ਹਨ। ਇਸ ਪ੍ਰੋਗਰਾਮ ਵਿੱਚ ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ 28 ਫਰਵਰੀ 2026 ਨੂੰ ਅਮਰੀਕੀ ਇਜ਼ਰਾਈਲੀ ਹਮਲੇ 'ਚ ਈਰਾਨ ਦੇ ਸੁਪਰੀਮ ਲੀਡਰ ਖਾਮੇਨੀ ਦੀ ਮੌਤ ਹੋ ਗਈ ਸੀ। 4 ਮਹੀਨਿਆਂ ਬਾਅਦ ਉਹਨਾਂ ਦੀਆਂ ਅੰਤਿਮ ਰਸਮਾਂ ਸ਼ੁਰੂ ਹੋ ਗਈਆਂ ਹਨ। ਉਹਨਾਂ ਦੇ ਅੰਤਿਮ ਸੰਸਕਾਰ ਲਈ ਇੱਕ ਹਫ਼ਤੇ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ। ਖਾਮੇਨੀ ਦਾ ਅੰਤਿਮ ਸੰਸਕਾਰ 9 ਜੁਲਾਈ ਨੂੰ ਹੋਵੇਗਾ। ਅਮਰੀਕਾ ਈਰਾਨ ਦੇ ਵਿਚਾਲੇ ਜੰਗ ਖਤਮ ਹੋ ਗਈ ਹੈ, ਜਿਸ ਮਗਰੋਂ ਪੂਰੀ ਦੁਨੀਆ 'ਚ ਤੇਲ ਗੈਸ ਦੀ ਸਪਲਾਈ ਆਮ ਹੋਣ ਦੀ ਉਮੀਦ ਹੈ। ਇਸੇ ਦੌਰਾਨ ਈਰਾਨ ਦੀ IRGC ਨੇ ਹੋਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ ਦੀ ਆਵਾਜਾਈ ਤੇ ਤਿੱਖੀ ਨਜ਼ਰ ਰੱਖਣ ਲਈ ਫਾਰਸ ਦੀ ਖਾੜੀ ਦੇ ਤੱਟ ਤੇ ਵਿਸ਼ੇਸ਼ ਫੋਰਸ ਨੂੰ ਤੈਨਾਤ ਕੀਤਾ ਹੈ। ਨਾਲ ਹੀ ਇਹ ਜਵਾਨ ਉਹਨਾਂ ਜਹਾਜ਼ਾਂ ਦੀ ਪਛਾਣ ਕਰ ਰਹੇ ਹਨ ਜੋ ਓਮਾਨ ਅਤੇ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ ਵੱਲੋਂ ਦੱਸੇ ਗਏ ਦੱਖਣੀ ਰਸਤੇ ਦਾ ਇਸਤੇਮਾਲ ਕਰ ਰਹੇ ਹਨ। ਇਹ ਤਾਇਨਾਤੀ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਈਰਾਨ ਇਸ ਬੇहद ਮਹੱਤਵਪੂਰਨ ਸਮੁੰਦਰੀ ਰਸਤੇ ਤੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦਾ ਹੈ। ਇਸ ਰਸਤੇ ਦੇ ਭਵਿੱਖ ਦੇ ਪ੍ਰਬੰਧਨ ਨੂੰ ਲੈ ਕੇ ਈਰਾਨ ਅਤੇ ਅਮਰੀਕਾ ਦੇ ਵਿਚਾਲੇ ਗੱਲਬਾਤ ਚੱਲ ਰਹੀ ਹੈ। ਸੂਤਰਾਂ ਦਾ ਇਹ ਕਹਿਣਾ ਹੈ ਕਿ ਈਰਾਨ ਦੀ ਫੌਜ ਆਧੁਨਿਕ ਰਡਾਰ, ਡਰੋਨ ਅਤੇ ਤਟਵਰਤੀ ਚੌਕੀਆਂ ਦੀ ਮਦਦ ਨਾਲ ਉਹਨਾਂ ਜਹਾਜ਼ਾਂ ਦੀ ਪਛਾਣ ਪਹਿਲਾਂ ਹੀ ਕਰ ਲੈਂਦੀ ਹੈ ਜੋ ਓਮਾਨ ਵਾਲੇ ਰਸਤੇ ਤੋਂ ਜਾਣ ਦੀ ਯੋਜਨਾ ਬਣਾਉਂਦੇ ਹਨ। ਇਸ ਤੋਂ ਇਲਾਵਾ ਈਰਾਨ ਓਮਾਨ 'ਚ ਆਪਣੇ ਖੂਫੀਆ ਸੰਪਰਕਾਂ ਰਾਹੀਂ ਜਹਾਜ਼ਾਂ ਦੇ ਆਉਣ ਜਾਣ ਦੇ ਸਮੇਂ ਦੀ ਜਾਣਕਾਰੀ ਵੀ ਪਹਿਲਾਂ ਤੋਂ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਅਮਰੀਕਾ ਅਤੇ ਈਰਾਨ ਆਪਣੇ ਵਿਚਕਾਰਲੇ ਤਣਾਅ ਨੂੰ ਘੱਟ ਕਰਨ ਵਾਲੇ ਸਮਝੌਤੇ ਨੂੰ ਬਚਾਏ ਰੱਖਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਸਾਡੇ ਚੈਨਲ ਪੰਜਾਬ ਮੇਲ USA TV ਦੇ ਨਾਲ। IPTV ਬਾਕਸ ਤੋਂ ਇਲਾਵਾ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ Facebook, TikTok, Instagram ਤੇ YouTube ਤੇ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ ਤਾਜ਼ਾ ਅਪਡੇਟ ਤੇ ਸਾਡੇ ਖਾਸ ਪ੍ਰੋਗਰਾਮ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਫਿਲਹਾਲ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਯਾਨੀ ਸੁਰਬਿੰਦ ਤੋਂ ਇਜਾਜ਼ਤ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।